ਸਤਿ ਸ਼੍ਰੀ ਅਕਾਲ ਜੀ। JVS ਟਾਈਮ ਦੇਖ ਰਹੇ ਹੋ ਤੁਸੀਂ। मैं हाँ जगवीर आजाद। इस वक्त आईएलएस सेंटरां ਵੱਲੋਂ ਜਿਹੜਾ ਰਲ ਕੇ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆ, ਉਹਨਾਂ ਦੇ ਜਿਹੜੇ ਮੈਂਬਰ ਸਾਹਿਬਾਨ ਸਾਡੇ ਨਾਲ ਮੌਜੂਦ ਨੇ। ਸਰ, ਅੱਜ ਦੀ ਪ੍ਰੈਸ ਕਾਨਫਰੰਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਸਭ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਜਿਹੜੀ ਸਾਡੀ ਹੈਗੀ ਹੈ ਯੂਨਾਈਟਿਡ ਜਿਹੜਾ ਫਰੰਟ ਹੈ, ਇਹ 'ਚ ਪੰਜਾਬ ਦੀਆਂ ਜਿੰਨੀਆਂ ਵੀ ਐਸੋਸੀਏਸ਼ਨ ਆ ਉਹ ਸਾਰੀਆਂ ਅੱਜ ਇਕੱਠੀਆਂ ਹੋਈਆਂ ਵਾ। ਸਰਕਾਰ ਰਾਈਟ ਨਾਓ ਜਿਹੜਾ ਹੈਗਾ ਕੋਡ ਆਫ ਕੰਡਕਟ ਆ, ਪਰ ਅਸੀਂ ਆਪਦੀ ਐਗਜ਼ਿਸਟੈਂਸ ਦੱਸਣੀ ਚਾਹੁੰਦੇ ਆ ਕਿ ਸਾਡੀ ਜਿਹੜੀ ਇੰਡਸਟਰੀ ਆ ਉਹ ਕਿੰਨੇ ਕੁ ਰੁਜ਼ਗਾਰ ਪੈਦਾ ਕਰਦੀ ਆ। ਉਹਦੇ ਜੇ ਅਗਰ ਉਹਦਾ ਘਾਣ ਹੁੰਦਾ ਵਾ ਜਾਂ ਆਪਾਂ ਨੂੰ ਇਹਦੀ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਕਿ ਓਪਨ ਹੋਣ ਦੀ, ਤਾਂ ਉਹਦੇ ਨਾਲ ਕਿੰਨੇ ਘਰ ਜਿਹੜੇ ਹੈਗੇ ਆ ਬੇਰੁਜ਼ਗਾਰ ਔਰ ਕਿੰਨੇ ਚੀਜ਼ਾਂ ਦੇ ਉੱਤੇ ਇਫੈਕਟ ਪੈਂਦਾ ਵਾ, ਨਾਲ ਇਹ ਚੀਜ਼ ਦੱਸਣੀ ਚਾਹੁੰਦੇ ਆ। ਔਰ ਜਿਹੜਾ ਅਸੀਂ ਪਿਛਲੇ 2 ਸਾਲ ਦਾ ਸਮਾਂ ਆਪਦੇ ਉੱਤੇ ਹੰਢਾਇਆ, ਉਹ ਕ੍ਰਾਈਸਿਸ ਬੁਰਾ ਸਮਾਂ, ਅਸੀਂ ਉਸ ਸਮੇਂ ਦੇ ਵਿੱਚ ਕਿਸੇ ਵੀ ਸਰਕਾਰ ਦੇ ਕੋਲੋਂ ਨਾ ਤਾਂ ਕਦੀ ਮੰਗ ਕੀਤੀ ਆ, ਨਾ ਹੀ ਕਦੀ ਅਸੀਂ ਹੱਥ ਅੱਡਿਆ ਵਾ। ਔਰ ਅਸੀਂ ਫਿਰ ਵੀ ਆਪਦੇ ਨਜ਼ਦੀਕੀ ਜਿਹੜੇ ਸਾਡੇ ਨੀਅਰੈਸਟ ਕਿਤੇ ਵੀ ਹੈਲਪਿੰਗ ਦੀ ਜ਼ਰੂਰਤ ਹੁੰਦੀ ਆ, ਸਾਡੀਆਂ ਐਸੋਸੀਏਸ਼ਨਾਂ ਆਪ ਵੈਕਸੀਨੇਸ਼ਨ ਦੇ ਕੈਂਪ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਜਿਕ ਕਾਰਿਆ ਹੁੰਦਾ, ਉਹ ਵੱਧ ਚੜ੍ਹ ਕੇ ਹਿੱਸਾ ਨਿਭਾਉਂਦੀਆਂ। ਉਹਨਾਂ ਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਤੁਸੀਂ ਜਦੋਂ ਵੀ ਲਾਕਡਾਊਨ ਦਾ ਪ੍ਰੋਸੈਸ ਦੀ ਵਾਰੀ ਆਉਂਦੀ ਆ, ਪਹਿਲਾਂ ਸਾਨੂੰ ਬੰਦ ਕਰ ਦਿਓ, ਬਾਅਦ 'ਚੋਂ ਐਂਡ ਦੇ ਓਪਨ ਕਰੋ। ਔਰ ਇਹਦੇ ਦਰਮਿਆਨ ਜਿਹੜਾ ਸਾਡੇ ਘਾਟੇ ਆ, ਨੁਕਸਾਨ ਆ, ਕਿਉਂਕਿ ਸਾਡੀ ਇੰਡਸਟਰੀ ਦੇ ਵਿੱਚ ਜਦੋਂ ਵੀ ਕੋਈ ਆਫਿਸ ਓਪਨ ਕਰਦਾ, ਉਹ ਰੈਂਟ 'ਤੇ ਓਪਨ ਕਰਦਾ। 10 ਤੋਂ 15 ਦਾ ਸਟਾਫ ਹੁੰਦਾ, ਉਹਦੀਆਂ ਸੈਲਰੀਜ਼ ਵੀ ਬੀਅਰ ਕਰਨੀਆਂ, ਉਹ ਇੱਕ ਫੈਮਿਲੀ ਦਾ ਹਿੱਸਾ ਬਣਦਾ। ਉਹ ਵੀ ਅਸੀਂ ਕਿਸੇ ਤੋਂ ਮੰਗ ਨਹੀਂ ਕਰਦੇ, ਅਸੀਂ ਕੋਲੋਂ ਹੀ ਪੇ ਕਰਦੇ ਹਾਂ। ਅਸੀਂ ਐਂਡ ਦੇ ਉੱਤੇ ਸੋਚਦੇ ਹਾਂ ਕਿ ਜਿਹੜੀ 18% ਦੀ GST ਦੇ ਕਰਕੇ, ਸਰਕਾਰ ਦੇ ਟੈਕਸਿਸ ਪੇ ਕਰਕੇ ਆਪਦੇ ਘਰੇ ਲੈ ਕੇ ਜਾਣੇ ਆ। ਜਦੋਂ ਤੱਕ ਉਹ ਵਾਰੀ ਆਉਂਦੀ ਆਪਦੇ ਆਪ ਨੂੰ ਪੈਰਾਂ 'ਤੇ ਬਿਲਡ ਕਰਨ ਦੀ, ਉਨੀ ਦੇਰ ਤੱਕ ਫਿਰ ਅਗਲਾ ਕੋਈ ਨਾ ਕੋਈ ਸਟਰਕਚਰ ਆਉਂਦਾ। ਅੱਜ ਦੀ ਜਿਹੜੀ ਮੀਟਿੰਗ ਸੀ, ਉਹ ਸਿਰਫ ਆਉਣ ਵਾਲਾ ਜਿਹੜਾ ਸਾਡਾ ਸਲੋਗਨ ਆ, ਇੱਕ ਹੋਰ ਵੀ ਆ ਵੀ ਨੋ ਵਰਕ ਨੋ ਵੋਟ, ਕਿਉਂਕਿ ਸਾਨੂੰ ਇਸ ਚੀਜ਼ ਦੇ ਲਈ ਤੁਸੀਂ ਆਪ ਹੀ ਮਜਬੂਰ ਕਰਤਾ ਕਿ ਜੇ ਅਸੀਂ ਕੰਮ ਹੀ ਨਹੀਂ ਕਰਾਂਗੇ ਤੇ ਫਿਰ ਅਸੀਂ ਵੋਟ ਕੀ ਪਾਈਏ। ਕਿਉਂਕਿ ਰਾਈਟ ਨਾਓ ਕੋਈ ਸਰਕਾਰ ਨਹੀਂ ਹੈਗੀ ਜਿੱਥੇ ਤੱਕ ਅਸੀਂ ਇਹ ਆਵਾਜ਼ ਪਹੁੰਚਾਈਏ, ਪਰ ਸਿਰਫ ਐਗਜ਼ਿਸਟੈਂਸ ਅਸੀਂ ਇਸੇ ਕਰਕੇ ਦੱਸਦੇ ਹਾਂ ਕਿ ਜਿਹੜੀਆਂ ਸਰਕਾਰਾਂ ਉਹ ਪਿਛਲੇ ਕਿੰਨੇ ਸਮੇਂ ਤੋਂ ਆਪਦੇ ਕੋਈ ਵੀ ਵਰਕਆਊਟ ਜਦੋਂ ਕਰਦੀਆਂ, ਉਹਦੇ ਵਿੱਚ ਤੁਸੀਂ ਦੇਖਿਓ ਕਿ ਸਰਕਾਰੀ ਅਦਾਰਿਆਂ ਨੂੰ ਖਤਮ ਕਰਕੇ ਉਹ ਪ੍ਰਾਈਵੇਟ ਦੇ ਵਿੱਚ ਕਨਵਰਟ ਕਰਦੀਆਂ। 2-3 ਐਗਜ਼ਾਮਪਲਸ ਆ। BSNL ਨੂੰ ਮੂਵ ਔਨ ਕਰਤਾ, MTNL ਨੂੰ ਮੂਵ ਔਨ ਕਰਤਾ, ਉਸ ਤੋਂ ਬਾਅਦ ਦੇ ਵਿੱਚ ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ ਉਹ ਮੂਵ ਔਨ ਹੋ ਗਈ ਹੈ। ਇਹਦੇ ਵਿੱਚ ਸਾਰੇ ਪ੍ਰਾਈਵੇਟ ਸੈਕਟਰ ਐਡ ਔਨ ਹੋ ਗਏ। ਪਰ ਜੇ ਸਾਡੀ ਇੰਡਸਟਰੀ ਪ੍ਰਾਈਵੇਟ ਸੈਕਟਰ ਆਲਰੇਡੀ ਹੈ, ਔਰ ਉਹਦੇ ਨਾਲ ਅਗਰ ਜੇ ਮੈਂ ਗੱਲ ਕਰਾਂ ਤਾਂ ਟੋਟਲ ਪੰਜਾਬ ਦੀ ਜਿਹੜੀ ਜਨਸੰਖਿਆ 3 ਤੋਂ 3.5 ਕਰੋੜ ਤੋਂ ਲੈ ਕੇ 22,50,000 ਤੋਂ ਉੱਪਰ ਦਾ ਜਿਹੜਾ ਡਾਟਾ ਵਾ ਸਿੱਧੇ ਤੌਰ ਦੇ ਉੱਤੇ ਸਾਡੀ ਇੰਡਸਟਰੀ ਦੇ ਨਾਲ ਜਿਹੜਾ ਜੁੜਿਆ ਹੋਇਆ, ਜਿਹੜਾ ਸਾਡੇ ਤੋਂ ਰੁਜ਼ਗਾਰ ਲੈਂਦਾ, ਔਰ ਅਸੀਂ ਉਹਨਾਂ ਦੇ ਸਿਰ ਤੇ ਰੁਜ਼ਗਾਰ ਲੈ ਕੇ ਅੱਗੇ ਜਿਹੜਾ ਹੈਗਾ ਵਾ ਸਰਕਾਰ ਦੀ ਝੋਲੀ ਰੈਵਨਿਊ ਇਨਕਰੀਜ਼ ਕਰਦੇ ਹਾਂ। ਸਾਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਅਸੀਂ ਮੰਗਦਾ ਨਹੀਂ ਕੋਈ ਵੀ ਕਰਦੇ, ਔਰ ਸਾਡੇ ਨਾਲ ਇਸ ਚੀਜ਼ ਦਾ ਧੱਕਾ ਕਰੋ ਕਿ ਆਇਲਸ ਅਸੀਂ ਕਰਾਉਣਾ। ਅਸੀਂ ਕਹਿੰਦੇ ਕਰਾਓ, ਜੋ ਤੁਸੀਂ ਕਰਾਓਗੇ ਫਿਰ ਹੀ ਤੁਹਾਨੂੰ ਸਾਡੇ ਉੱਤੇ ਆਉਣ ਵਾਲੀਆਂ ਪ੍ਰੋਬਲਮਸ, ਮੁਸੀਬਤ ਦਾ ਪਤਾ ਲੱਗੂਗਾ, ਸਾਹਮਣਾ ਕਰਨਾ ਪਊਗਾ ਕਿ ਅਸੀਂ ਕਿਹੜੇ ਲੈਵਲ ਦੇ ਵਿੱਚੋਂ ਵਰਕਆਊਟ ਕਰਕੇ ਉਹ 'ਚੋਂ ਨਿਕਲ ਕੇ ਅਸੀਂ ਆਪਦਾ ਅਗਲਾ ਜਿਹੜਾ ਸਟੈਪ ਆ ਉਹ ਲੈਂਦੇ ਹਾਂ। ਕਿਉਂਕਿ ਇੱਕ ਟੀਚਰ, ਇਹ ਕੋਈ ਸਰਕਾਰੀ ਟੀਚਰ ਨਹੀਂ ਹੈਗਾ ਗਾ ਵੀ ਜਿਹਨੂੰ ਪੈਨਸ਼ਨ ਵੀ ਲੱਗਣੀ ਆ ਔਰ ਉਹਨੇ ਲਗਾਤਾਰ ਕੰਟੀਨਿਊ ਆਪਦੇ ਬੱਚੇ ਨੂੰ ਸਟੱਡੀ ਕਰਾਉਣੀ 2 ਸਾਲ ਦੀ ਡਿਗਰੀ ਜਾਂ ਡਿਪਲੋਮਾ ਦੇ ਕੇ। ਇਹ ਜਸਟ ਇੱਕ ਸਕਿਲਡ ਕੋਰਸ ਹੈ। ਬਹੁਤ ਸਾਰੇ ਬੱਚੇ CBSE ਬੋਰਡ ਵਾਲੇ ਇਹਨੂੰ ਪੜ੍ਹਦੇ ਵੀ ਨਹੀਂ ਗੇ। ਉਹ 2 ਦਿਨ 3 ਦਿਨ ਦਾ ਉਹਦਾ ਕ੍ਰਾਈਟੇਰੀਆ ਚੈੱਕ ਕਰਦੇ ਆ, ਟੈਸਟ ਦਿੰਦੇ ਆ, 6 ਚ ਲੈਂਦੇ ਤੇ ਫਾਈਲ ਲਾਉਂਦੇ ਆ। ਕੀ ਤੁਹਾਨੂੰ ਲੱਗਦਾ ਵਾ ਜਿਹੜਾ ਪੰਜਾਬ ਦਾ ਯੂਥ ਹੈ ਉਹ ਆਲਰੇਡੀ ਇਸ ਚੀਜ਼ ਨਾਲ ਅਵੇਅਰ ਆ ਕਿ ਜੇ ਮੇਰੇ 7 ਬੈਂਡ 6 ਚ ਆ ਗਏ ਤਾਂ ਮੈਂ ਬਾਹਰ ਦੀ ਲਾਣੀ ਆ, ਤਾਂ ਉਹ ਕਿਹੜੇ ਟੀਚਰ ਨੂੰ ਆਪਦੇ ਕੋਲੇ ਇਹ ਰੱਖਣਗੇ, ਕਿੰਨੀ ਸੈਲਰੀ ਦੇ ਕੇ? ਸੈਕਿੰਡ ਚੀਜ਼ ਹੈਗੀ ਹੈ ਕਿ ਸਰਕਾਰਾਂ ਦੇ ਕੰਮ ਹੁੰਦੇ ਆ ਯੂਥ ਨੂੰ ਇੱਥੇ ਰੱਖਣਾ, ਇੰਡਸਟਰੀ ਲਗਾਉਣੀ ਔਰ ਉਹਨਾਂ ਦੇ ਲਈ ਰੁਜ਼ਗਾਰ ਪੈਦਾ ਕਰਨੇ। ਤੁਸੀਂ ਇਹ ਸੋਚ ਲਿਆ ਕਿ ਜੇ ਅਸੀਂ ਬਾਹਰ ਭੇਜ ਰਹੇ ਹਾਂ ਤਾਂ ਤੁਸੀਂ ਵੀ ਬਾਹਰ ਭੇਜੋ ਸਾਡੇ ਨਾਲ ਰਲ ਕੇ। ਇਟਸ ਵੀ ਕਾਂਟ ਸੇ ਦੈਟ ਇਟਸ ਅ ਅਸੈਪਟੇਬਲ ਥਿੰਗ। ਜੇ ਦੇਖਿਆ ਜਾਵੇ ਤਾਂ ਸਰ, ਜਿਸ ਤਰ੍ਹਾਂ ਤੁਹਾਡੇ ਬੈਨਰ 'ਤੇ ਵੀ ਲੱਗਿਆ, ਸਰਕਾਰ ਉਹਦੀਆਂ ਮਾਰੂ ਨੀਤੀਆਂ ਦੇ ਖਿਲਾਫ ਆ ਜਿਹੜਾ ਅੱਜ ਦੀ ਪ੍ਰੈਸ ਕਾਨਫਰੰਸ ਕੀਤੀ ਗਈ ਆ, ਪਰ ਕਿਤੇ ਨਾ ਕਿਤੇ ਤੁਹਾਡੇ ਅਦਾਰੇ ਦੇ ਵੀ ਜਿਹੜੇ ਬਿਨਾਂ ਲਾਇਸੈਂਸ ਤੋਂ ਜਿਹੜੇ ਹੋਲਡਰ ਨੇ ਉਹਨਾਂ ਬਾਰੇ ਕੀ ਕਹਿਣਾ? Yes, black sheeps, we can say that kind of the black sheeps, we are ready, ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਚੀਜ਼ ਦੇ ਨਾਲ ਅਸੀਂ ਅਵੇਅਰਨੈਸ ਕਰਾਉਂਦੇ ਹਾਂ ਆਪਣੇ ਜ਼ਿਲ੍ਹੇ ਦੇ DC ਸਾਹਿਬਾਨ ਨੂੰ, SDM ਸਾਹਿਬਾਨ ਨੂੰ, ਔਰ ਨੀਅਰੈਸਟ ਜਿੱਥੇ ਤੱਕ ਸਾਡੀ ਆਵਾਜ਼ ਇਸ ਚੀਜ਼ ਤੱਕ ਜਾਣੀ ਚਾਹੀਦੀ ਆ ਕਿ ਜਿਹੜੇ ਬੰਦਿਆਂ ਨੇ ਲਾਇਸੈਂਸ ਨਹੀਂ ਲਿੱਤੇ, ਅੱਜ ਜਿੰਨੇ ਵੀ ਇੱਥੇ ਐਪਲੀਕੈਂਟ ਸਾਡੇ ਮੌਜੂਦ ਸੀਗੇ ਸਹਿਯੋਗੀ, ਉਹ ਸਾਰੇ ਲਾਇਸੈਂਸ ਹੋਲਡਰ ਆ। ਸਰਕਾਰ ਦੀਆਂ ਗਾਈਡਲਾਈਨ ਦੇ ਨਾਲ ਬਾਕਾਇਦਾ ਸਾਡੀਆਂ ਜ਼ਮਾਨਤਾਂ, ਸਾਡੀਆਂ ਪ੍ਰਾਪਰਟੀ ਦੇ ਡਾਕੂਮੈਂਟ ਨਾਲ ਜਾਂਦੇ ਆ, ਲਾਇਸੈਂਸ ਦੀ ਫੀਸ ਆ 5 ਸਾਲ ਦੀ, ਰੈੱਡ ਕਰਾਸ ਦਾ ਟੈਕਸ ਆ, ਸਾਰਾ ਅਸੀਂ ਪੇ ਕਰਕੇ ਫਿਰ ਅਸੀਂ ਆਪਦੇ ਕੰਧਾਂ ਦੇ ਉੱਤੇ ਲਾ ਕੇ ਫਿਰ ਅਸੀਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ। ਔਰ ਜਿਹੜੇ ਲੋਕ ਇਸ ਚੀਜ਼ ਨੂੰ ਅਪੋਜ਼ ਕਰਦੇ ਆ ਜਾਂ ਬਿਨਾਂ ਲਾਇਸੈਂਸ ਤੋਂ ਚੱਲਦੇ ਆ, ਉਹਨਾਂ 'ਤੇ ਐਕਸ਼ਨ ਲਓ। ਅਸੀਂ ਤਾਂ ਆਪ ਨਾਲ, ਕਿਉਂਕਿ ਜਦੋਂ ਤੁਸੀਂ ਦੇਖੋ ਵੀ ਇਸ ਚੀਜ਼ ਦੇ ਉੱਤੇ ਮੁੱਦੇ ਦੀ ਵਾਰੀ ਆਊਗੀ ਕਿ ਲਾਕਡਾਊਨ ਦੇ ਬਹਾਨਾ ਲਾ ਕੇ ਇਹਨੂੰ ਬੰਦ ਕਰ ਦਿੱਤਾ ਜਾਊ, ਤਾਂ ਜਿਹੜਾ ਬੰਦਾ ਆਪਦੇ ਘਰੇ ਆਇਲਸ ਕਰਾ ਰਿਹਾ ਬਿਨਾਂ ਲਾਇਸੈਂਸ ਤੋਂ, ਉਹਦੇ ਲਈ ਤਾਂ ਖੁਸ਼ੀ ਦਾ ਮੌਕਾ ਵਾ। ਉਹਦੇ ਬਾਰੇ ਪਹਿਲਾਂ ਨਹੀਂ ਅਵੇਅਰਨੈਸ ਹੈਗੀ, ਸਰਕਾਰ ਦੀ ਨਿਗਾਹ 'ਚ ਨੀਗਾ, ਲਾਇਸੈਂਸ ਉਹਨੇ ਲਿੱਤਾ ਨੀਗਾ, ਔਰ ਉਹ ਤਾਂ ਪਹਿਲਾਂ ਹੀ ਘਰੇ ਹੋਰ ਪੜ੍ਹਾਊਗਾ। ਸਾਡੀ ਸਾਰੀ ਜਾਣਕਾਰੀ ਵੀ ਵੀਜ਼ੇ ਕਿੰਨੇ ਲੱਗੇ, ਸਾਲ 'ਚ ਤੁਸੀਂ ਕਿੰਨੇ ਬੱਚਿਆਂ ਦਾ ਡਾਟਾ ਕ੍ਰੀਏਟ ਕੀਤਾ, ਉਹ ਸਾਰਾ ਜਾਂਦਾ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਜਿਹੜੀ ਸਾਡੀ ਇੰਡਸਟਰੀ ਆ ਉਹ ਇੱਕ ਕੰਸਲਟੈਂਸੀ ਪ੍ਰੋਵਾਈਡਰ ਆ। ਜੇ ਅਸੀਂ ਬਾਕੀ ਦੇ ਪ੍ਰੋਫੈਸ਼ਨ ਦੀ ਗੱਲ ਕਰਾਂਗੇ, ਕਿਉਂਕਿ ਅਸੀਂ ਉਹਨਾਂ ਪ੍ਰੋਫੈਸ਼ਨਸ ਨੂੰ ਮਾੜਾ ਨਹੀਂ ਕਹਿੰਦੇ, ਕਿਉਂਕਿ ਅਸੀਂ ਆਪ ਡੇਲੀ ਦਿਨਚਰਿਆ ਦੇ ਮੁਤਾਬਕ ਉਸ ਰਸਤੇ ਦੇ ਵਿੱਚੋਂ ਗੁਜ਼ਰਦੇ ਹਾਂ। ਉਹ ਰਸਤਾ ਕੀ ਹੈ?
ਤੁਹਾਡਾ ਮੇਰਾ ਕਿਸੇ ਵੀ ਸਹਿਯੋਗੀ ਦਾ ਕੋਈ ਬੱਚਾ ਬਿਮਾਰ ਹੋਇਆ ਉਹਨੇ ਡਾਕਟਰ ਦੇ ਕੋਲੇ ਦਵਾਈ ਲੈਣ ਜਾਣੀ ਆ, ਪਹਿਲਾਂ 100 ਦੀ ਪਰਚੀ ਆ, ਫਿਰ ਡਾਕਟਰ ਦੀ ਕੰਸਲਟੈਂਸੀ ਫੀਸ ਆ, ਫਿਰ ਦਵਾਈ ਲਿਖੀ ਜਾਊਗੀ। ਇੱਕ ਡਾਕਟਰ ਤੋਂ ਆਰਾਮ ਨਹੀਂ ਆਇਆ ਤੇ ਦੂਜੇ ਦੇ ਕੋਲੇ ਗਏ, ਕੀ ਡਾਕਟਰ ਨੇ ਉਹਦੀ ਕੰਸਲਟੈਂਸੀ ਫੀਸ ਮੋੜਨੀ ਆ? ਨਹੀਂ ਮੋੜਨੀ। ਲਾਇਰ ਦੇ ਕੋਲੇ ਗਏ, ਦੋਨੋਂ ਐਪਲੀਕੈਂਟ ਗਏ, ਜਿਹਦੇ ਨਾਲ ਧੱਕਾ ਹੋਇਆ ਔਰ ਜਿਹਨੇ ਕੀਤਾ, ਔਰ ਇੱਕ ਨੇ ਜਿੱਤਣਾ ਵਾ ਬਟ ਲਾਇਰ ਦੀ ਫੀਸ ਦੋਨਾਂ ਨੂੰ ਪੇਡ ਹੋਣੀ ਆ। ਉਹਨਾਂ ਨੇ ਆਪਣੀ ਹਰ ਜਿਹੜੀ ਤਰੀਕ ਦੇ ਉੱਤੇ ਜਾਣਾ ਵਾ। ਇਸੇ ਤਰੀਕੇ ਨਾਲ ਇੱਕ ਬਿਲਡਿੰਗ ਬਣਾਉਣ ਵਾਲਾ ਆਰਕੀਟੈਕਚਰ ਆ, ਆਰਕੀਟੈਕਚਰ ਨੇ ਆਪਦਾ ਜਿਹੜਾ ਨਕਸ਼ੇ ਦੇ ਮੁਤਾਬਕ ਜਿਹੜੀ ਫੀਸ ਲੈਣੀ ਉਹ ਲਿੱਤੀ। ਬਿਲਡਿੰਗ ਦੇ ਵਿੱਚ ਕੀ ਤੁਰਟੀਆਂ, ਕੀ ਕਮੀਆਂ, ਕੀ ਉਹਨੂੰ ਚੰਗੀ ਲੱਗਦਾ ਨਹੀਂ, ਉਹ ਉਹਨੇ ਆਪਦੇ 'ਚੋਂ ਸਾਰੇ ਪੈਸੇ ਦੇਣੇ ਆ। ਸਾਡੀ ਜਿਹੜੀ ਕੰਸਲਟੈਂਸੀ ਦਾ ਪ੍ਰੋਫੈਸ਼ਨ ਹੈ, ਪਹਿਲਾਂ ਹੀ ਕਲਾਇੰਟ ਇਹ ਕਹਿ ਦਿੰਦਾ ਕਿ ਸਰ ਅਸੀਂ ਤਾਂ ਪੈਸੇ ਆਫਟਰ ਵੀਜ਼ਾ ਦੇਣੇ ਆ। ਠੀਕ ਹੈ ਜੀ, ਅਸੀਂ ਉਹਦੇ ਕੋਲੋਂ ਉਹਦੀ ਆਫਰ ਲੈਟਰ ਦਾ ਜਿਹੜਾ ਡਾਟੇ ਦੀ ਜਿਹੜੀ ਫੀਸ ਹੈ ਉਹ ਜਿਹੜੀ $100 ਦੇ ਵਿੱਚ ਜਾਣੀ ਆ ਉਹ ਲਿੱਤੀ, ਸਾਰਾ ਸਟਰਕਚਰ ਕੀਤਾ। ਵੀਜ਼ਾ ਆਊਗਾ ਤਾਂ ਸਾਡੇ ਕੰਸਲਟੈਂਟ ਭਰਾਵਾਂ ਨੇ ਉਹ ਫੀਸ ਲੈਣੀ ਆ, ਨਹੀਂ ਵੀ ਆਰ ਨਾਟ ਰੈਡੀ ਬਿਕੋਜ਼ ਅਸੀਂ ਆਪਣੇ ਦਿਲ ਤੋਂ ਵੀ ਕਹਿ ਦਿੰਦੇ ਛੱਡ ਯਾਰ ਅਸੀਂ ਕਿਉਂ ਲੈਣੀ ਆ। ਇਹਦੇ ਬਾਵਜੂਦ ਜਿਹੜੀ ਸਾਡੀ ਕੰਸਲਟੈਂਸੀ ਫੀਸ ਆ, ਤੁਸੀਂ ਫਿਰ ਵੀ ਇਹ ਸੋਚਦੇ ਵੀ ਸਾਡਾ ਜਿਹੜਾ ਪ੍ਰੋਫੈਸ਼ਨ ਆ ਇਹ ਇੰਨਾ ਗੰਦਾ ਵਾ ਜਿਹਨੂੰ ਤੁਸੀਂ ਇਹ ਠੱਗ ਦਾ ਨਾਲ ਸੰਬੋਧਿਤ ਕੀਤਾ। ਜੇ ਹੋਲਡਰ ਲਾਇਸੈਂਸ ਹੋਲਡਰਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਇਹਨਾਂ ਨੇ ਗੱਲ ਕੀਤੀ ਹੈ ਕਿ ਉਹਨਾਂ ਤੇ ਜਿਹੜਾ ਹੈਗਾ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੀਦਾ। ਤੁਸੀਂ ਕੀ ਮੰਗ ਕਰਦੇ ਹੋ ਸਾਡੇ ਚੈਨਲ ਦੇ ਜ਼ਰੀਏ ਕਿ ਜਿਹੜੀ ਸਰਕਾਰ ਆ ਅਨੁਮਤੀ ਦੇਵੇ ਇਹ ਜਿਹੜੇ ਆਈਲੈਸ ਸੈਂਟਰ ਚਲਾਉਣ ਦੀ, ਤੇ ਤਾਂ ਕਿ ਜਿਹੜਾ ਹੈਗਾ ਇਹ ਬੰਦ ਨਾ ਕੀਤੇ ਜਾਵੇ? ਪਹਿਲਾਂ ਤਾਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਆ, ਤੁਸੀਂ ਲਾਇਸੈਂਸ ਦਿੱਤੇ ਕਿਉਂ? ਜਦੋਂ ਇੱਕ ਕੈਟਾਗਰੀ ਨੂੰ ਅਲੱਗ ਕਰਨ ਲਈ, ਇਮੀਗ੍ਰੇਸ਼ਨ ਦਾ ਆਇਲਟਸ ਨੂੰ ਅਲੱਗ ਕਰਨ ਲਈ ਲਾਇਸੈਂਸ ਦੇ ਦਿੰਦੇ ਆ, ਜਦੋਂ ਕੋਵਿਡ ਟਾਈਪ ਦੀ ਕੋਈ ਸਿਚੁਏਸ਼ਨ ਆਉਂਦੀ ਉਦੋਂ ਸਕੂਲ ਨਾਲ ਜੋੜ ਦਿੱਤਾ ਜਾਂਦਾ ਵਾ। ਇਹ ਕਿਹੜੀ ਪਾਲਿਸੀ ਹੈ? ਦੂਜੇ ਪਾਸੇ ਸਰਕਾਰ ਕਹਿੰਦੀ ਅਸੀਂ ਆਇਲਟਸ ਦਾ ਕੰਮ ਆਪ ਕਰਾਂਗੇ। ਜੇ ਤੁਸੀਂ ਆਪ ਹੀ ਕਰਨਾ ਵਾ ਫਿਰ ਸਾਡੇ ਲਾਇਸੈਂਸ ਰੱਦ ਕਰੋ, ਸਾਨੂੰ ਸਾਡੀ ਫੀਸਾਂ ਮੋੜੋ, ਖੁੱਲ੍ਹ ਕੇ ਮੈਦਾਨ 'ਚ ਆਓ, ਤੁਸੀਂ ਕਰੋ ਕੰਮ। ਕਿੰਨੇ ਰੋਕਿਆ ਤੁਹਾਨੂੰ? ਜੇ ਮੰਨ ਲਓ ਇੱਕ ਬੱਚਾ ਨੇ ਸਰਕਾਰ ਦੇ ਆਇਲਟਸ ਇੰਸਟੀਚਿਊਟ ਪੜ੍ਹਨਾ ਚਲਾ ਜਾਵੇ, ਬਟ ਉਸ ਤੋਂ ਪਹਿਲਾਂ ਜਿਹੜੀ ਤੁਹਾਡੀ ਇਹ ਲਾਇਸੈਂਸ ਪਾਲਿਸੀ ਉਹਨੂੰ ਸਕ੍ਰੈਪ ਕੀਤਾ ਜਾਵੇ। ਯਾਨੀ ਤੁਸੀਂ ਸਟ੍ਰੇਟ ਫਾਰਵਰਡ ਇਹ ਮੰਨ ਰਹੇ ਹੋ ਸਾਡੀ ਲਾਇਸੈਂਸ ਪਾਲਿਸੀ ਫੇਲ ਹੈ, ਦੈਟਸ ਵਾਈ ਵੀ ਵਾਂਟ ਟੂ ਸਟਾਰਟ ਆਵਰ ਓਨ ਆਇਲ ਸੈਂਟਰ। ਇਹੀ ਕਹਿ ਰਹੀ ਹੈ ਸਰਕਾਰ। ਆਉਣ ਵਾਲੇ ਟਾਈਮ ਦੇ ਵਿੱਚ ਇਲੈਕਸ਼ਨ ਦਾ ਟਾਈਮ ਹੈ, ਅਸੀਂ ਹਰੇਕ ਪੋਲੀਟੀਕਲ ਪਾਰਟੀ ਨੂੰ ਇਹ ਪੁੱਛਦੇ ਹਾਂ ਕਿ ਤੁਹਾਡੇ ਮੈਨੀਫੈਸਟੋ 'ਚ ਆਇਲਟਸ ਇਮੀਗ੍ਰੇਸ਼ਨ ਫੀਲਡ ਵਾਲੇ ਬੰਦਿਆਂ ਲਈ ਕੀ, ਤੁਸੀਂ ਇਹਨੂੰ ਕਿਸ ਕੈਟਾਗਰੀ 'ਚ ਗੱਲ ਕਰਦੇ ਹੋ? ਅਸੀਂ ਕਰੀਅਰ ਮੇਕਰਸ ਹਾਂ। ਇੱਥੋਂ ਦਾ ਯੂਥ, ਅਨਇੰਪਲਾਇਡ ਯੂਥ ਨੂੰ ਬਾਹਰ ਭੇਜਦੇ ਆ, ਜਿਹੜੇ ਕਿ ਉੱਥੋਂ ਪੈਸੇ ਵੀ ਭੇਜਦੇ ਆ ਪੰਜਾਬ ਨੂੰ, ਸਰਕਾਰ ਨੂੰ ਪੈਸਾ ਵੀ ਆਉਂਦਾ ਹੈ। ਤੁਸੀਂ ਇਹ ਦੱਸੋ ਕਿਹੜਾ ਇਹੋ ਜਿਹਾ ਅਧਾਰਾ ਜਿਹੜਾ ਇਹਨੇ ਅਨਪਲਾਇਮੈਂਟ ਜਨਰੇਟ ਕਰਦਾ ਵਾ? ਇੱਕ +2 ਬੱਚੇ ਨੂੰ ਜਿਹੜਾ ਕਿ ਕੁਆਲੀਫਾਈਡ ਵੀ ਹੈ ਨਹੀਂਗਾ ਪੂਰਾ, ਉਹਨੂੰ ਬਾਅਦ 'ਚੋਂ 13-14 ਲੱਖ ਦੇ ਖਰਚੇ ਬਾਹਰ ਭੇਜਦੇ ਆ। ਉਹ ਸਟੇਟ ਵੇ ਨੈਕਸਟ ਮੰਥ ਜਾ ਕੇ ਆਪਣੀ ਪੜ੍ਹਾਈ ਵੀ ਕਰਦਾ, ਨਾਲ ਖਰਚੇ ਵੀ ਕੱਢਦਾ ਵਾ, ਉਹਦੇ ਨਾਲ ਆਪਣੇ ਮਾਂ ਪਿਓ ਦਾ ਵੀ ਸਿਰ ਉੱਚਾ ਕਰਦਾ ਹੈ ਕਿ ਮੈਂ ਬਾਹਰ ਜਾ ਕੇ ਸੈਟਲ ਹੋਊਂਗਾ। ਕੀ ਇੱਥੋਂ ਦਾ ਯੂਥ +2 ਤੋਂ ਬਾਅਦ ਪੰਜਾਬ 'ਚ ਇਹੋ ਜਿਹੀ ਇਹਨਾਂ ਨੇ ਕੋਈ ਯੂਥ ਲਈ ਕੋਈ ਇਹੋ ਜਿਹੀ ਗਾਈਡਲਾਈਨ, ਜੋ ਇਹੋ ਯੂਥ ਲਈ ਕੋਈ ਇੰਡਸਟਰੀ ਇਹੋ ਜਿਹੀ ਸਟਾਰਟ ਕੀਤੀ ਹੈ? ਕੋਈ ਇੱਥੇ ਕੋਈ IT ਪਾਰਕ ਹੈਗਾ ਇਹੋ ਜਿਹਾ ਜਿੱਥੇ ਪੰਜਾਬ ਦਾ ਯੂਥ ਜਾ ਕੇ ਉੱਥੇ ਆਪਣੀ ਜਿਹੜੀ ਕੁਆਲੀਫਿਕੇਸ਼ਨ ਹੈ ਉਹਨੂੰ ਜਾ ਕੇ ਉੱਥੇ ਵਧੀਆ ਜੌਬਸ ਕਰ ਸਕਣ? ਜਿਵੇਂ ਕਿ ਬੰਗਲੌਰ ਹੈ, ਠੀਕ ਹੈ, ਕੋਲਕਾਤਾ ਹੈ, ਉੱਥੋਂ ਦਾ ਯੂਥ ਉੱਥੇ IT ਪਾਰਕ ਵਿੱਚ ਪੜ੍ਹ ਕੇ UK ਵੀ ਜਾਂਦਾ, ਕੈਨੇਡਾ ਵੀ ਜਾਂਦਾ, ਅਮਰੀਕਾ ਵੀ ਜਾਂਦਾ, ਕੰਪਨੀ ਥਰੂ ਜਾਂਦਾ, ਸੌਫਟਵੇਅਰ ਮਕੈਨੀਕਲ ਇਲੈਕਟ੍ਰੋਨਿਕ ਇੰਜੀਨੀਅਰ ਬਣ ਕੇ ਜਾਂਦਾ। ਇੱਥੇ ਕੀ ਹੈਗਾ? ਇੱਥੇ ਸਿਰਫ ਪੰਜਾਬ ਦੇ ਵਿੱਚ ਇੱਕ ਲਾਇਸੈਂਸ ਪਾਲਿਸੀ ਹੈ, ਹੋਰ ਕਿਸੇ ਵੀ ਸਟੇਟ ਦੇ ਵਿੱਚ ਲਾਇਸੈਂਸ ਪਾਲਿਸੀ ਹੈ ਨਹੀਂ। ਜੇ ਸਰਕਾਰ ਆਪਣਾ ਕੰਮ ਖੋਲ੍ਹਣਾ ਚਾਹੁੰਦੀ ਹੈ ਖੋਲ੍ਹੇ, ਅਸੀਂ ਵੀ ਐਪਰੀਸ਼ੀਏਟ ਕਰਦੇ ਹਾਂ ਕਿ ਗਰੀਬ ਬੱਚਿਆਂ ਨੂੰ ਜੇ ਸਸਤੇ ਢੰਗ ਨਾਲ ਦੇਣਾ ਚਾਹੁੰਦੀ ਹੈ ਆਇਲਟਸ ਦੀ ਟ੍ਰੇਨਿੰਗ ਦੇਵੇ। ਪਹਿਲਾਂ ਤੋਂ ਪਹਿਲਾਂ ਜਿਹੜੀ ਤੁਹਾਡੀ ਲਾਇਸੈਂਸ ਪਾਲਿਸੀ ਉਹਨੂੰ ਐਡਮਿਟ ਕਰੋ ਕਿ ਦੈਟ ਲਾਇਸੈਂਸ ਪਾਲਿਸੀ ਵਾਜ਼ ਉਹਨਾਂ ਦਾ ਇੱਕ ਗਲਤ ਡਿਸੀਜਨ ਸੀਗਾ ਸਰਕਾਰ ਦਾ। ਜੇ ਉਹ ਮੰਨਦੀ ਹੈ ਖੋਲ੍ਹੇ, ਸਾਡੇ ਲਾਇਸੈਂਸ ਬੰਦ ਕਰੇ, ਲਾਇਸੈਂਸ ਪਾਲਿਸੀ ਨੂੰ ਸਕ੍ਰੈਪ ਕਰੇ ਪਹਿਲਾਂ ਤਾਂ, ਫਿਰ ਜਾ ਕੇ ਖੋਲ੍ਹੇ ਆਇਲਟਸ। ਇਮੀਗ੍ਰੇਸ਼ਨ ਵੀ ਕਰੇ, ਕਿੰਨੇ ਰੋਕਿਆ ਹੋਇਆ? ਕਰੇ। ਇੱਥੇ ਪ੍ਰਾਈਵੇਟ ਸਕੂਲ ਵੀ ਚੱਲਦੇ ਆ, ਸਰਕਾਰੀ ਵੀ ਸਕੂਲ ਵੀ ਚੱਲਦੇ ਆ, ਜਿੰਦੀ ਜੋ ਮਰਜ਼ੀ ਹੈ ਉਹਦੇ 'ਚ ਜਾਂਦਾ, ਕਰੋ। ਪਰ ਉਹਦੇ ਲਈ ਇੱਕ ਅਲੱਗ ਕੈਟਾਗਰੀ ਜਿਹੜੀ ਸਾਨੂੰ ਦਿੱਤੀ ਹੋਈ ਹੈ, ਜਾਂ ਤਾਂ ਉਹਨੂੰ ਸਾਡੀ ਉਹ ਕੈਟਾਗਰੀ ਦੇ ਵਿੱਚ ਇੱਕ ਕੈਟਾਗਰੀ ਕਹਿ ਦੇ ਕਿ ਸਾਡੀ ਇੰਡਸਟਰੀ ਹੈ ਨਾ, ਟੈਕਨੀਕਲ ਫੀਲਡ 'ਚ ਆਨੇ ਕਿੰਦੇ 'ਚ? ਇਹ ਹਜੇ ਤੱਕ ਸਰਕਾਰ ਵੱਲ ਕਲੀਅਰ, ਕਿਸੇ ਵੀ ਸਰਕਾਰ ਵੱਲ ਕਲੀਅਰ ਨਹੀਂ। ਆਗਾਮੀ ਚੋਣਾਂ ਆ ਰਹੀਆਂ ਨੇ, ਕੀ ਰਣਨੀਤੀ ਹੋਵੇਗੀ ਅੱਗੇ? ਰਣਨੀਤੀ ਇਹੀ ਹੋਊਗੀ, ਪਹਿਲਾਂ ਤਾਂ ਜਿਹੜੇ ਵੀ ਨੁਮਾਇੰਦੇ ਹੋਣਗੇ ਹਰ ਸ਼ਹਿਰ ਦੇ, ਜਾਂ ਕੋਈ ਵੀ ਪਾਰਟੀ ਹੋਊਗੀ, ਭਾਵੇਂ ਆਪ ਹੈ, ਕਾਂਗਰਸ ਹੈ, BJP ਹੈ, ਅਕਾਲੀ ਦਲ ਹੈ, ਉਹਨਾਂ ਨੂੰ ਤਾਂ ਪਹਿਲਾਂ ਹਮੇਸ਼ਾ ਕੁਐਸਚਨ ਮਾਰਕ ਇਹੀ ਪੁੱਛਾਂਗੇ ਕਿ ਅਸੀਂ ਕੀ ਚੋਰ ਆ, ਠੱਗਾਂ, ਜਾਂ ਅਸੀਂ ਕਿਹੜੀ ਕੈਟਾਗਰੀ ਚਾਹੁੰਦੇ ਹੋ? ਜੇ ਅਸੀਂ ਚੋਰ ਠੱਗਾਂ, ਹੋਰ ਪ੍ਰੋਫੈਸ਼ਨ ਵਾਲੇ ਕੀ ਹੈ? ਕਿ ਸਾਰੇ ਪ੍ਰੋਫੈਸ਼ਨ ਸਾਰੇ ਸਹੀ ਬੰਦੇ ਹੁੰਦੇ ਆ? ਕਿ ਪੋਲੀਟਿਕਸ 'ਚ ਸਾਰੇ ਜਿੰਨੇ ਰਾਜਨੇਤਾ ਸਾਰੇ ਇਮਾਨਦਾਰ ਹੈ, ਪੁਲਿਸ 'ਚ ਇਮਾਨਦਾਰ ਹੈ, ਡਾਕਟਰਸ ਇਮਾਨਦਾਰ ਨੇ ਸਾਰੇ, ਲਾਇਰਸ ਇਮਾਨਦਾਰ ਨੇ ਸਾਰੇ? ਕੌਣ? ਜੇ ਪੰਜਾਂ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਜਿੱਥੇ ਚੰਗੇ ਆ ਉੱਥੇ ਮਾੜੇ ਵੀ ਹੋਣਗੇ। ਤੇ ਸਾਨੂੰ ਕੈਟੇਗਰਾਈਜ਼ ਕਰਕੇ ਇੱਕ ਠੱਗਾ ਦੀ ਕੈਟੇਗਰੀ 'ਚ ਲਿਆ ਕੇ ਤੁਸੀਂ ਖੜਾ ਕਰਨਾ, ਇਹ ਸਰਕਾਰ ਦੀ ਬਹੁਤ ਹੀ ਗਲਤ ਸੋਚ ਹੈਗੀ ਹੈ। ਅਸੀਂ ਖੁੱਲ੍ਹੇ ਮਨ ਤੋਂ ਇਹ ਕਹਿੰਦੇ ਹਾਂ ਸਰਕਾਰ ਨੂੰ, ਸਾਨੂੰ ਕੈਟੇਗਰਾਈਜ਼ ਕੀਤਾ ਜਾਵੇ, ਕਿਸ ਕੈਟੇਗਰੀ ਤੋਂ ਸਾਨੂੰ ਲੈਂਦੇ ਹੋ, ਠੀਕ ਹੈ? ਬਾਕੀ ਗੱਲ ਫਿਰ ਬਾਅਦ 'ਚ ਹੋਊਗੀ, ਜਦੋਂ ਕਿ ਸਰਕਾਰ ਬਣੂਗੀ ਉਹ ਸਰਕਾਰ ਨਾਲ ਗੱਲ ਕਰਾਂਗੇ। ਪਹਿਲਾਂ ਤਾਂ ਜਿਹੜੇ ਸਰਕਾਰੀ ਨੁਮਾਇੰਦੇ, ਜਿਹੜੇ ਰਾਜਨੇਤਾ ਹੈਗੇ, ਉਹਨਾਂ ਨੂੰ ਕਹਾਂਗੇ ਸਾਨੂੰ ਵੀ ਆਪਣੇ ਮੈਨੀਫੈਸਟੋ ਦੀ ਕੈਟੇਗਰੀ ਦੇ ਵਿੱਚ ਜਗ੍ਹਾ ਦਿੱਤੀ ਜਾਵੇ, ਸਾਨੂੰ ਕਲੈਰੀਫਾਈ ਕੀਤਾ ਜਾਵੇ ਤੁਸੀਂ ਸਾਡੇ ਬਾਰੇ ਕੀ ਸੋਚਦੇ ਹੋ।
ਤਾਂ ਇਹ ਸਨ ਆਈਲੈਸ ਸੈਂਟਰ ਔਰ ਜਿਹੜੇ ਕੰਸਲਟੈਂਟ ਨੇ ਜਿਹੜੇ ਉਹ ਇੱਥੇ ਇਹਨਾਂ ਨੇ ਕਾਨਫਰੰਸ ਕੀਤੀ ਆ ਆਪਣੀਆਂ ਮੰਗਾਂ ਨੂੰ ਲੈ ਕੇ। ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਦਾ ਜਿਹੜਾ ਅਖਾੜਾ ਕੀ ਰੂਪ ਅਖਤਿਆਰ ਕਰਦਾ। ਕੈਮਰਾ ਪਰਸਨ ਗਗਨਦੀਪ ਦੇ ਨਾਲ ਜਗਵੀਰ ਆਜ਼ਾਦ ਦੀ ਇਹ ਰਿਪੋਰਟ।